ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਬੁਲੇਟਿਨ ਦੇ ਵਿੱਚ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 9163209444। ਹੁਣ ਪੇਸ਼ ਨੇ ਚੋਣਵੀਆਂ ਖਬਰਾਂ। ਕੈਨੇਡਾ ਵੱਲੋਂ ਲੱਖਾਂ ਹੁਨਰਮੰਦ ਲੋਕਾਂ ਨੂੰ ਦਿੱਤੀ ਜਾਵੇਗੀ ਸਥਾਈ ਰਿਹਾਇਸ਼। ਨਵੀਂ ਨੀਤੀ ਵਿੱਚ ਕੀ ਹੈ ਖਾਸ? ਅਮਰੀਕਾ ਦੀ ਵਧੀ ਚਿੰਤਾ, ਕੈਨੇਡਾ ਦਾ ਰੁਖ ਕਰ ਰਹੇ ਹਨ H1B ਵੀਜ਼ਾ ਧਾਰਕ। ਇਮੀਗ੍ਰੇਸ਼ਨ ਮੁੱਦੇ ਤੇ ਬਾਗੀ ਹੋਇਆ ਕੈਨੇਡਾ ਦਾ ਕਿਊਬੈਕ ਸੂਬਾ। ਅਮਰੀਕਾ ਵਿੱਚ ਲੋਕਤੰਤਰ ਖਤਰੇ ਵਿੱਚ, ਬਾਈਡਨ। ਮੇਰਾ ਮਕਸਦ ਸਿਰਫ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਾਰਨਾ ਸੀ, ਪੁੱਛਗਿੱਛ ਦੌਰਾਨ ਹਮਲਾਵਰ ਨੇ ਕੀਤਾ ਖੁਲਾਸਾ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਕੈਨੇਡਾ ਸਾਲ 2023-2025 ਲਈ ਨਵੀਂ ਇਮੀਗ੍ਰੇਸ਼ਨ ਪਾਲਿਸੀ ਲੈ ਕੇ ਆਇਆ, ਜਿਸ ਦੇ ਤਹਿਤ ਲੱਖਾਂ ਹੁਨਰਮੰਦ ਲੋਕਾਂ ਨੂੰ ਉੱਥੇ ਸਥਾਈ ਰਿਹਾਇਸ਼ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ। ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਸਿਹਤ, ਸਨਅਤਾਂ, ਨਿਰਮਾਣ ਤੇ ਟੈਕਨੋਲੋਜੀ ਵਰਗੇ ਅਦਾਰਿਆਂ ਵਿੱਚ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਖਤਮ ਕਰਨ ਦੇ ਮੱਦੇਨਜ਼ਰ ਬਣਾਈ ਗਈ ਹੈ। ਕੋਵਿਡ-19 ਤੋਂ ਬਾਅਦ ਕੈਨੇਡਾ ਦਾ ਅਰਥਚਾਰਾ ਉੱਨਤ ਦੇਸ਼ਾਂ ਦਰਮਿਆਨ ਬਹੁਤ ਤੇਜ਼ੀ ਨਾਲ ਵਾਪਸ ਲੀਹ ਤੇ ਆ ਰਿਹਾ ਸੀ, ਪਰ ਹਾਲ ਹੀ ਵਿੱਚ ਕੈਨੇਡਾ ਦੇ ਕਈ ਪ੍ਰਮੁੱਖ ਸਨਅਤਾਂ ਕਾਮਿਆਂ ਦੀ ਘਾਟ ਨਾਲ ਜੂਝ ਰਹੀਆਂ ਨੇ। ਇਸ ਮੁਸ਼ਕਲ ਨਾਲ ਨਜਿੱਠਣ ਲਈ ਕੈਨੇਡਾ ਇਮੀਗ੍ਰੇਸ਼ਨ ਦਾ ਰਾਹ ਇਖਤਿਆਰ ਕਰ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਵਿਭਾਗ ਦੇ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਕੈਨੇਡਾ ਦੀ 2023 ਤੋਂ 2025 ਤੱਕ ਦੀ ਇਮੀਗ੍ਰੇਸ਼ਨ ਲੈਵਲਸ ਪਾਲਿਸੀ ਜਾਰੀ ਕੀਤੀ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਵਿਭਾਗ ਦੇ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਕੈਨੇਡਾ ਦੀ 2023 ਤੋਂ 2025 ਤੱਕ ਦੀ ਇਹ ਪਾਲਿਸੀ ਟੋਰਾਂਟੋ ਤੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕੀਤੀ ਗਈ, ਜਿਸ ਵਿੱਚ ਕਿਹਾ ਗਿਆ ਕਿ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦਹਾਕਿਆਂ ਬਾਅਦ ਦੇਸ਼ ਦੇ ਸਮਾਜਿਕ ਤੇ ਆਰਥਿਕ ਖੇਤਰਾਂ ਸਾਹਮਣੇ ਆਉਣ ਵਾਲੀਆਂ ਸੰਭਾਵਿਤ ਚੁਣੌਤੀਆਂ ਤੋਂ ਬਚਾਅ ਕਰਨ ਦੀ ਇੱਕ ਕੋਸ਼ਿਸ਼ ਹੈ। ਪਿਛਲੇ ਸਾਲ ਕੈਨੇਡਾ ਵਿੱਚ 4,05,000 ਨਵੇਂ ਲੋਕਾਂ ਨੂੰ ਸਥਾਈ ਤੌਰ ਤੇ ਰਹਿਣ ਦੀ ਆਗਿਆ ਦਿੱਤੀ ਗਈ ਸੀ। ਇਹ ਹੁਣ ਤੱਕ ਕਿਸੇ ਇੱਕ ਸਾਲ ਵਿੱਚ ਕੈਨੇਡਾ ਆਉਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਸੀ। ਸਰਕਾਰ ਇਸ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤੇ ਨਵੀਂ ਨੀਤੀ ਮੁਤਾਬਿਕ ਸਰਕਾਰ ਦਾ ਟੀਚਾ 2023 ਵਿੱਚ 4,65,000, 2024 ਵਿੱਚ 4,85,000 ਅਤੇ 2025 ਵਿੱਚ 5 ਲੱਖ ਲੋਕਾਂ ਨੂੰ ਦੇਸ਼ ਵਿੱਚ ਸਥਾਈ ਰਿਹਾਇਸ਼ ਦੇਣ ਦੀ ਤਜਵੀਜ਼ ਹੈ। ਇਸ ਨੀਤੀ ਦਾ ਕੇਂਦਰ ਨਵੇਂ ਆਉਣ ਵਾਲੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਛੋਟੇ ਸ਼ਹਿਰਾਂ ਤੇ ਪਿੰਡਾਂ ਵਿੱਚ ਰਹਿਣ ਲਈ ਉਤਸ਼ਾਹਿਤ ਕਰਨਾ ਵੀ ਹੈ। ਨਵੀਂ ਇਮੀਗ੍ਰੇਸ਼ਨ ਨੀਤੀ ਦੇ ਅਹਿਮ ਪੱਖ ਲੰਮੇ ਸਮੇਂ ਤੱਕ ਆਰਥਿਕ ਵਿਕਾਸ ਤੇ ਕੇਂਦਰਿਤ ਹੋਣਾ, ਜਿਸ ਮੁਤਾਬਿਕ 2025 ਤੱਕ 60% ਦਾਖਲੇ ਇਕਨੋਮਿਕ ਕਲਾਸ ਵਿੱਚ ਹੋਣੇ ਹਨ। ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਥਾਨਕ ਪੱਧਰ ਤੇ ਮਜ਼ਦੂਰਾਂ ਦੀ ਲੋੜ ਪਤਾ ਕਰਨਾ ਤੇ ਉਸ ਨੂੰ ਪੂਰੀਆਂ ਕਰਨਾ, ਹੋਰ ਪਰਿਵਾਰਾਂ ਨੂੰ ਇਕੱਠਿਆਂ ਰਹਿਣ ਦਾ ਮੌਕਾ ਦੇਣਾ। ਕਿਊਬੈਕ ਤੋਂ ਬਾਹਰ ਸਥਾਈ ਤੌਰ ਤੇ ਨਵੀਂ ਰਿਹਾਇਸ਼ ਪਾਉਣ ਵਾਲੇ ਲੋਕਾਂ ਵਿੱਚ ਘੱਟ ਤੋਂ ਘੱਟ 4.4% ਫ੍ਰੈਂਚ ਬੋਲਣ ਵਾਲੇ ਲੋਕਾਂ ਦੀ ਆਮਦ ਯਕੀਨੀ ਬਣਾਉਣਾ। ਵਿਸ਼ਵੀ ਸੰਕਟ ਵਿੱਚ ਸੁਰੱਖਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰਹਿਣ ਲਈ ਸੁਰੱਖਿਅਤ ਥਾਂ ਦੇਣਾ। ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਸਥਾਨਕ ਇਮੀਗ੍ਰੇਸ਼ਨ ਤੇ ਕੇਂਦਰਿਤ ਹੋਣ ਨਾਲ ਇਹ ਪਲਾਨ ਚੱਲ ਰਹੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰੇਗਾ। ਇਸ ਨਵੀਂ ਨੀਤੀ ਜ਼ਰੀਏ ਕਿਊਬੈਕ ਦੇ ਬਾਹਰ ਫ੍ਰੈਂਚ ਬੋਲਣ ਵਾਲੇ ਇਲਾਕਿਆਂ ਸਣੇ ਪ੍ਰਵਾਸ ਦਾ ਲਾਭ ਦੇਸ਼ ਦੇ ਹਰ ਖਿੱਤੇ ਨੂੰ ਮਿਲ ਸਕੇਗਾ। ਵਿਭਾਗ ਵੱਲੋਂ ਕਿਹਾ ਗਿਆ ਕਿ ਨਵੀਂ ਨੀਤੀ ਸਾਲ ਦਰ ਸਾਲ ਵਿਕਾਸ ਤੇ ਕੇਂਦਰਿਤ ਹੋਵੇਗੀ, ਕਿਉਂਕਿ ਇਸ ਰਾਹੀਂ ਭੂਗੋਲਿਕ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਹੁਨਰਮੰਦ ਲੋਕਾਂ ਨੂੰ ਦੇਸ਼ ਵਿੱਚ ਆਉਣ ਦਾ ਸੱਦਾ ਦਿੱਤਾ ਜਾਵੇਗਾ। ਇਸ ਵਿੱਚ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਸੌਖਾ ਬਣਾਉਣ ਲਈ ਇਸ ਨੂੰ ਡਿਜੀਟਲ ਕਰਨ ਦੀ ਗੱਲ ਵੀ ਆਖੀ ਗਈ ਹੈ, ਤਾਂ ਜੋ ਵਰਤੋਂਕਾਰ ਆਸਾਨੀ ਨਾਲ ਪ੍ਰਕਿਰਿਆ ਪੂਰੀ ਕਰ ਸਕਣ। ਨਵੀਂ ਨੀਤੀ ਬਾਰੇ ਵਿਭਾਗ ਨੇ ਭਰੋਸਾ ਦਿੱਤਾ ਕਿ ਇਸ ਨਾਲ ਕੈਨੇਡਾ ਵਿਸ਼ਵ ਵਿੱਚ ਉੱਚੇ ਪੱਧਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗੀ। ਇਸ ਨੀਤੀ ਨੂੰ ਨਿਰੰਤਰ ਆਰਥਿਕ ਵਿਕਾਸ ਦੀ ਮਜ਼ਬੂਤ ਨੀਂਹ ਵਜੋਂ ਦੇਖਿਆ ਜਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਪਾਲਿਸੀ ਵਿੱਚ ਹੁਨਰਮੰਦ ਲੋਕਾਂ ਦੀ ਸਮਾਜਿਕ ਜ਼ਿੰਦਗੀ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਇਹ ਨੀਤੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਅਜ਼ੀਜ਼ਾਂ ਨਾਲ ਦੁਬਾਰਾ ਇਕੱਠੇ ਰਹਿਣ ਦਾ ਮੌਕਾ ਦੇਵੇਗੀ ਤੇ ਇਹ ਕੈਨੇਡਾ ਦੀਆਂ ਮਨੁੱਖਤਾਵਾਦੀ ਵਚਨਬੱਧਤਾਵਾਂ ਨੂੰ ਪੂਰਾ ਕਰਦੀ ਹੈ। ਇਸ ਬਾਰੇ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ, ਪਿਛਲੇ ਸਾਲ ਅਸੀਂ ਇਤਿਹਾਸ ਵਿੱਚ ਸਭ ਤੋਂ ਵੱਧ ਗਿਣਤੀ ਲੋਕਾਂ ਨੂੰ ਦੇਸ਼ ਵਿੱਚ ਆ ਕੇ ਵਸਣ ਦਾ ਮੌਕਾ ਦਿੱਤਾ। ਇਸ ਸਾਲ ਦਾ ਇਮੀਗ੍ਰੇਸ਼ਨ ਪਲਾਨ ਕਾਰੋਬਾਰਾਂ ਨੂੰ ਕਾਮਿਆਂ ਦੀ ਲੋੜ ਪੂਰੀ ਕਰਨ ਵਿੱਚ ਮਦਦ ਕਰੇਗਾ ਤੇ ਕੈਨੇਡਾ ਨੂੰ ਲੰਮੇ ਸਮੇਂ ਵਿੱਚ ਕਾਮਯਾਬੀ ਦੀ ਰਾਹ ਤੇ ਪਾ ਦੇਵੇਗਾ। ਉਹਨਾਂ ਅੱਗੇ ਕਿਹਾ, ਇਹ ਲੈਵਲ ਨੀਤੀ ਸਾਨੂੰ ਹਿੰਸਾ, ਜੰਗ ਜਾਂ ਜੁਰਮ ਲਈ ਕਮਜ਼ੋਰ ਲੋਕਾਂ ਪ੍ਰਤੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗੀ। ਕੈਨੇਡਾ ਦੇ ਬਿਲਡਿੰਗ ਟ੍ਰੇਡਸ ਯੂਨੀਅਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼ੌਨ
ਸਟ੍ਰਿਕਲੈਂਡ ਨੇ ਕਿਹਾ ਕਿ ਇਹ ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈਵਲ ਦੇ ਵਾਧੇ ਦਾ ਐਲਾਨ ਹੈ। ਇਤਿਹਾਸਿਕ ਤੌਰ ਤੇ ਅਸੀਂ ਇਮੀਗ੍ਰੇਸ਼ਨ ਰਾਹੀਂ ਹੀ ਆਪਣੀਆਂ ਕਾਮਿਆਂ ਦੀਆਂ ਕਮੀਆਂ ਨੂੰ ਪੂਰਾ ਕਰਨ ਦੇ ਸਮਰੱਥ ਹੋਏ ਹਾਂ। ਉਹਨਾਂ ਦਾ ਕਹਿਣਾ ਹੈ ਕਿ ਆਰਥਿਕ ਕਾਰਨਾਂ ਲਈ ਪ੍ਰਵਾਸ ਵਿੱਚ ਵਾਧਾ ਕਰਨਾ ਦੇਸ਼ ਵਿੱਚ ਕਾਮਿਆਂ ਦੀ ਮੌਜੂਦਗੀ ਨੂੰ ਪੂਰੀਆਂ ਕਰਨ ਲਈ ਜ਼ਰੂਰੀ ਹੈ। ਖਾਸ ਤੱਥ ਇਹ ਨੇ ਲੈਵਲਸ ਪਲਾਨ ਇਹ ਦਰਸਾਉਂਦਾ ਕਿ ਕਿਵੇਂ ਮਿੱਥੇ ਸਾਲਾਂ ਵਿੱਚ ਕੈਨੇਡਾ ਵੱਲੋਂ ਕਿੰਨੇ ਲੋਕਾਂ ਨੂੰ ਸਥਾਈ ਰਿਹਾਇਸ਼ ਦਿੱਤੀ ਜਾਵੇਗੀ ਤੇ ਇਸ ਲਈ ਇਮੀਗ੍ਰੇਸ਼ਨ ਨੀਤੀ ਕੀ ਰਹੇਗੀ। ਸਾਲ 2032 ਤੱਕ ਕੈਨੇਡਾ ਦੀ ਆਬਾਦੀ ਵਿੱਚ 100% ਵਾਧਾ ਇਮੀਗ੍ਰੇਸ਼ਨ ਕਾਰਨ ਹੋਵੇਗਾ। ਕੈਨੇਡਾ ਵਿੱਚ ਹੁਣ ਸੇਵਾ ਮੁਕਤ ਲੋਕਾਂ ਤੇ ਕਾਮਿਆਂ ਦੇ 50 ਸਾਲ ਪਹਿਲਾਂ ਦੇ ਅਨੁਪਾਤ 7:1 ਹੈ ਤੋਂ ਬਦਲ ਕੇ 2035 ਤੱਕ 2:1 ਹੋ ਜਾਵੇਗਾ। 2016 ਤੋਂ ਲੈ ਕੇ 2021 ਤੱਕ ਕੈਨੇਡਾ ਵਿੱਚ 13 ਲੱਖ ਲੋਕ ਸਥਾਈ ਤੌਰ ਤੇ ਰਹਿਣ ਲੱਗਣਗੇ। ਇਹ ਕੈਨੇਡਾ ਦੇ ਇਮੀਗ੍ਰੇਸ਼ਨ ਰਿਕਾਰਡ ਦਾ ਸਭ ਤੋਂ ਵੱਡਾ ਨੰਬਰ ਸੀ। ਵਿਭਾਗ ਵੱਲੋਂ ਕਿਹਾ ਗਿਆ ਕਿ ਦੇਸ਼ ਭਰ ਦੇ ਲੋਕ ਦੇਖਣਗੇ ਕਿ ਕਿਵੇਂ ਇਮੀਗ੍ਰੇਸ਼ਨ, ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਮੁਹਿੰਮ ਰਾਹੀਂ ਨਵੇਂ ਆਉਣ ਵਾਲੇ ਲੋਕ ਸਥਾਨਕ ਭਾਈਚਾਰਿਆਂ ਲਈ ਲਾਹੇਵੰਦ ਹੁੰਦੇ ਨੇ। ਅਮਰੀਕਾ ਨੂੰ ਪ੍ਰਤਿਭਾਸ਼ਾਲੀ ਵਿਦੇਸ਼ੀ ਖਾਸ ਤੌਰ ਤੇ ਜਿਹੜੇ ਹੋਰ ਹੁਨਰਮੰਦ ਪੇਸ਼ੇਵਰਾਂ ਨਾਲ ਵਿਆਹੇ ਹੋਏ ਨੇ ਦੇ ਕੈਨੇਡਾ ਵਿੱਚ ਚਲੇ ਜਾਣ ਦਾ ਖਦਸ਼ਾ ਹੈ, ਜੋ ਕਿ ਸਾਰੇ ਹੁਨਰਮੰਦ ਵਿਦੇਸ਼ੀ ਕਰਮਚਾਰੀਆਂ ਦੇ ਜੀਵਨ ਸਾਥੀ ਨੂੰ ਕੰਮ ਦਾ ਅਧਿਕਾਰ ਦਿੰਦਾ ਹੈ। ਇੱਕ ਨਵੇਂ ਅਧਿਐਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਦੇ ਅਧਿਐਨ ਤੋਂ ਪਤਾ ਲੱਗਾ ਕਿ ਪਰ H-1B ਵੀਜ਼ਾ ਧਾਰਕਾਂ ਦੇ ਸਾਰੇ ਜੀਵਨ ਸਾਥੀਆਂ ਨੂੰ ਰੋਜ਼ਗਾਰ ਅਧਿਕਾਰ ਦੇਣ ਨਾਲ ਭਾਰਤੀਆਂ ਸਮੇਤ ਹੋਰ ਹੁਨਰਮੰਦ ਪ੍ਰਵਾਸੀਆਂ ਨੂੰ ਕੈਨੇਡਾ ਦੇ ਬਜਾਏ ਅਮਰੀਕਾ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਮੈਡਲਿਨ ਜੇਵਡਨੀ ਦੁਆਰਾ ਕੀਤੇ ਅਧਿਐਨ ਮੁਤਾਬਿਕ ਅਮਰੀਕਾ ਮਹੱਤਵਪੂਰਨ ਆਰਥਿਕ ਲਾਭ ਪ੍ਰਾਪਤ ਕਰ ਸਕਦਾ ਹੈ, ਮਜ਼ਦੂਰਾਂ ਦੀ ਘਾਟ ਨੂੰ ਘੱਟ ਕਰ ਸਕਦਾ ਹੈ ਅਤੇ ਪ੍ਰਤਿਭਾ ਲਈ ਵਿਸ਼ਵ ਵਿਆਪੀ ਮੁਕਾਬਲੇ ਵਿੱਚ ਵਧੇਰੇ ਕਾਮਿਆਂ ਨੂੰ ਆਕਰਸ਼ਿਤ ਕਰ ਸਕਦਾ ਹੈ। ਜੇਕਰ ਇਹ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਲਈ ਕੰਮ ਦੀ ਯੋਗਤਾ ਤੇ ਮੌਜੂਦਾ ਨਿਯਮਾਂ ਦਾ ਵਿਸਤਾਰ ਕਰਦਾ ਹੈ। 2016 ਤੋਂ 2020 ਤੱਕ ਅਤੇ 2021 ਦਰਮਿਆਨ ਕੈਨੇਡਾ ਵਿੱਚ ਪੱਕੇ ਵਸਨੀਕ ਬਣਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 115% ਦਾ ਵਾਧਾ ਹੋਇਆ ਹੈ। 2015 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ H-4 ਨਿਰਭਰ ਵੀਜ਼ਾ ਰਾਹੀਂ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੀ। H-4 ਵੀਜ਼ਾ ਉਹਨਾਂ ਨਿਰਭਰ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਅਮਰੀਕਾ ਵਿੱਚ H-1B, H-2A, H-2B ਅਤੇ H-3 ਵੀਜ਼ਾ ਧਾਰਕਾਂ ਦੇ ਨਾਲ ਜਾਂਦੇ ਨੇ। H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਉੱਚ ਸਿੱਖਿਅਤ ਹੁੰਦੇ ਨੇ, ਉਹਨਾਂ ਵਿੱਚੋਂ ਬਹੁਤ ਸਾਰੇ STEM ਖੇਤਰਾਂ ਵਿੱਚ ਹੁੰਦੇ ਨੇ। ਜਵਾਰਡਨੀ ਨੇ ਕਿਹਾ ਕਿ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਪਹੁੰਚਣ ਤੇ ਕੰਮ ਕਰਨ ਦੀ ਇਜਾਜ਼ਤ ਦੇਣ ਨਾਲ ਹੁਨਰਮੰਦ ਕਾਮਿਆਂ ਦੀ ਭਰਤੀ ਅਤੇ ਉਹਨਾਂ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲੇਗੀ ਅਤੇ H-1B ਵੀਜ਼ਾ ਸ਼੍ਰੇਣੀ ਦੇ ਪਹਿਲਾਂ ਤੋਂ ਹੀ ਕਾਫੀ ਆਰਥਿਕ ਲਾਭਾਂ ਨੂੰ ਵਧਾਇਆ ਜਾਵੇਗਾ। ਅਮਰੀਕੀ ਕਮਿਊਨਿਟੀ ਸਰਵੇ ਦੇ ਅੰਕੜਿਆਂ 2017-2019 ਦੇ ਆਧਾਰ ਤੇ ਅੰਦਾਜ਼ਾ ਲਗਾਇਆ ਗਿਆ ਕਿ H-1B ਵੀਜ਼ਾ ਧਾਰਕਾਂ ਦੇ ਲਗਭਗ 90% ਜੀਵਨ ਸਾਥੀ ਕੋਲ ਘੱਟੋ ਘੱਟ ਬੈਚਲਰ ਡਿਗਰੀ ਹੈ ਅਤੇ ਅੱਧੇ ਤੋਂ ਵੱਧ ਕੋਲ ਗ੍ਰੈਜੂਏਟ ਡਿਗਰੀ ਹੈ। ਇਹਨਾਂ 90% ਪਤੀ ਪਤਨੀਆਂ ਵਿੱਚੋਂ 2/3 ਭਾਰਤ ਤੋਂ ਅਤੇ 6% ਚੀਨ ਤੋਂ ਨੇ। ਸੰਭਾਵਿਤ H-1B ਵੀਜ਼ਾ ਧਾਰਕਾਂ ਦੇ ਲਗਭਗ ਅੱਧੇ ਜੀਵਨ ਸਾਥੀ ਜਿਨ੍ਹਾਂ ਕੋਲ ਬੈਚਲਰ ਦੀ ਡਿਗਰੀ ਹੈ, ਉਹਨਾਂ ਕੋਲ ਇੱਕ STEM ਸੰਬੰਧੀ ਪ੍ਰਮੁੱਖ ਸਰਟੀਫਿਕੇਟ ਸੀ। ਸੰਭਾਵਿਤ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਜੋ ਨੌਕਰੀ ਕਰਦੇ ਨੇ 42% ਇੱਕ STEM ਖੇਤਰ ਵਿੱਚ ਕੰਮ ਕਰ ਰਹੇ ਨੇ। 2015 ਵਿੱਚ ਪ੍ਰਕਾਸ਼ਿਤ ਹੋਮਲੈਂਡ ਸਿਕਿਉਰਿਟੀ DHS ਰੈਗੂਲੇਸ਼ਨ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਰੈਗੂਲੇਸ਼ਨ H-4 ਵੀਜ਼ਾ ਰੱਖਣ ਵਾਲੇ ਪਤੀ ਪਤਨੀ ਨੂੰ ਇੱਕ ਰੋਜ਼ਗਾਰ ਅਧਿਕਾਰ ਦਸਤਾਵੇਜ਼ EAD ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ। ਵਰਤਮਾਨ ਵਿੱਚ H-4 ਜੀਵਨ ਸਾਥੀ ਕੇਵਲ ਇੱਕ EAD ਲਈ ਅਰਜ਼ੀ ਦੇ ਸਕਦੇ ਨੇ ਜਦੋਂ ਉਹਨਾਂ ਦਾ H-1B ਵੀਜ਼ਾ ਜੀਵਨ ਸਾਥੀ ਸਥਾਈ ਵੀਜ਼ਾ ਲਈ ਕਤਾਰ ਵਿੱਚ ਹੈ। ਇਹ ਆਮ ਤੌਰ ਤੇ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ H-1B ਨੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਕੰਮ ਨਹੀਂ ਕੀਤਾ ਹੋਵੇ। ਦਰਅਸਲ ਕੁਝ ਪਤੀ ਪਤਨੀ ਸਿਰਫ ਉਦੋਂ ਹੀ ਅਰਜ਼ੀ ਦੇ ਸਕਦੇ ਨੇ ਜਦੋਂ ਉਹਨਾਂ ਦੇ H-1B ਵੀਜ਼ਾ ਜੀਵਨ ਸਾਥੀ ਨੇ ਘੱਟੋ ਘੱਟ 6 ਸਾਲਾਂ ਲਈ ਅਮਰੀਕਾ ਵਿੱਚ ਕੰਮ ਕੀਤਾ ਹੈ। H-4 ਵੀਜ਼ਾ ਧਾਰਕ ਨੂੰ H-1B ਲਾਟਰੀ ਵਿੱਚ ਚੁਣਿਆ ਜਾਣਾ ਚਾਹੀਦਾ ਹੈ, ਜੋ ਸਾਲ ਵਿੱਚ ਸਿਰਫ ਇੱਕ ਵਾਰ ਹੁੰਦੀ ਹੈ ਅਤੇ ਇਸ ਦੀ ਸਫਲਤਾ ਦੀ ਸੰਭਾਵਨਾ ਘੱਟ ਹੁੰਦੀ ਹੈ। H-4 EADs ਦੀ ਪ੍ਰੋਸੈਸਿੰਗ ਵਿੱਚ ਲੰਮੀ ਦੇਰੀ ਨੇ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ USCIS ਅਤੇ ਪਤੀ ਪਤਨੀ ਜਿਨ੍ਹਾਂ ਨੂੰ ਕੰਮ ਕਰਨ ਲਈ ਮਨਜ਼ੂਰੀ ਦੀ ਲੋੜ ਹੈ ਉਹਨਾਂ ਨੂੰ ਪਰੇਸ਼ਾਨ ਕੀਤਾ ਹੈ। ਕਾਮਿਆਂ ਦੇ ਜੀਵਨ ਸਾਥੀ ਜਿਨ੍ਹਾਂ ਕੋਲ L-1 ਇੰਟਰਾ ਕੰਪਨੀ ਟ੍ਰਾਂਸਫਰ ਵੀਜ਼ਾ, ਇੱਕ E-1 ਸੰਧੀ ਵਪਾਰੀ, ਇੱਕ E-2 ਸੰਧੀ ਨਿਵੇਸ਼ਕ ਜਾਂ ਆਸਟ੍ਰੇਲੀਆ ਵਿੱਚੋਂ ਤੋਂ E-3 ਸਪੈਸ਼ਲਿਸਟ ਕਿੱਤਾ ਕਰਮਚਾਰੀ ਹੈ ਨੂੰ ਕੰਮ ਕਰਨ ਦੀ ਇਜਾਜ਼ਤ ਹੈ।
इन्हां वीज़ा धारकां दे जीवन साथी नूं रोज़गार अधिकारित घटना स्थिति नूं मन्निया जांदा है, भाव उन्हां दा वीज़ा उन्हां नूं काम करन दी इजाज़त दिंदा है अते उन्हां नूं EAD लई वखरे तौर ते अर्ज़ी देण दी लोड़ नहीं हुंदी। 2015 ਦੇ ਮੱਧ ਤੋਂ ਲਗਭਗ 1,71,000 H4 ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਅਧਿਕਾਰ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਹਿੱਸਾ ਭਾਰਤ ਤੋਂ ਹੈ। ਵਿੱਤੀ ਸਾਲ 2021 ਵਿੱਚ ਭਾਰਤੀਆਂ ਨੇ ਸਭ ਤੋਂ ਵੱਧ H1B ਵੀਜ਼ਾ ਹਾਸਲ ਕੀਤੇ, ਭਾਵ ਅਲਾਟਮੈਂਟ ਦੇ 74% ਤੋਂ ਵੱਧ। USCIS ਦੁਆਰਾ ਮਨਜ਼ੂਰ 4.07 ਲੱਖ H1B ਵੀਜ਼ਿਆਂ ਵਿੱਚੋਂ 3.01 ਲੱਖ ਭਾਰਤੀਆਂ ਨੂੰ ਅਲਾਟ ਕੀਤੇ ਗਏ ਸਨ, ਜਦੋਂ ਕਿ 50,000 ਚੀਨੀਆਂ ਨੂੰ ਵੀਜ਼ੇ ਮਿਲੇ ਸਨ। ਖੋਜ ਦਰਸਾਉਂਦੀ ਹੈ ਕਿ H1B ਵੀਜ਼ਾ ਸ਼੍ਰੇਣੀ ਆਰਥਿਕ ਵਿਕਾਸ ਨੂੰ ਗਤੀ ਦਿੰਦੀ ਹੈ, ਅਮਰੀਕੀ ਕਰਮਚਾਰੀਆਂ ਲਈ ਨੌਕਰੀਆਂ ਪੈਦਾ ਕਰਦੀ ਹੈ ਅਤੇ ਉੱਚ ਤਨਖਾਹ ਵਾਲੀਆਂ ਨੌਕਰੀਆਂ ਦੇ ਆਫਸ਼ੋਰਿੰਗ ਨੂੰ ਹੌਲੀ ਕਰਦੀ ਹੈ। ਜਵਾਰਡਨੀ ਮੁਤਾਬਿਕ ਜੇਕਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਪਤੀ ਪਤਨੀ US ਲੇਬਰ ਮਾਰਕੀਟ ਵਿੱਚ ਕਾਫੀ ਯੋਗਦਾਨ ਪਾਉਣਗੇ, ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਬਹੁਤ ਘੱਟ ਬੇਰੁਜ਼ਗਾਰੀ ਦਰਾਂ ਅਤੇ ਉੱਚ ਨੌਕਰੀਆਂ ਦੀਆਂ ਖਾਲੀ ਦਰਾਂ ਵਾਲੇ ਕਿੱਤਿਆਂ ਵਿੱਚ ਦਾਖਲ ਹੋਣਗੇ। बेशक कनेडा सरकार ने बीते दिन अपने इमीग्रेशन टीचे ਨੂੰ ਵਧਾਉਂਦਿਆਂ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ PR ਦੇਣ ਦਾ ਐਲਾਨ ਕੀਤਾ, ਪਰ ਇਸ ਦਾ ਆਪਣਾ ਕਿਊਬੈਕ ਸੂਬਾ ਫੈਡਰਲ ਸਰਕਾਰ ਦੇ ਇਹਨਾਂ ਨਿਯਮਾਂ ਨੂੰ ਟਿੱਚ ਜਾਣ ਰਿਹਾ ਹੈ। ਇਸ ਸੂਬੇ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਇਹ ਉਹ ਸਾਲਾਨਾ ਸਿਰਫ 50,000 ਪ੍ਰਵਾਸੀਆਂ ਨੂੰ ਹੀ ਐਂਟਰੀ ਦੇ ਸਕਦੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਵਿੱਚ 6 ਦਿਨ ਬਾਅਦ ਹੋਣ ਵਾਲੀਆਂ ਮੱਧਕਾਲੀਨ ਚੋਣਾਂ ਤੋਂ ਪਹਿਲਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣ ਧਾਂਦਲੀ ਨੂੰ ਲੈ ਕੇ ਲਾਏ ਗਏ ਝੂਠੇ ਦੋਸ਼ਾਂ ਅਤੇ ਇਹਨਾਂ ਦੇ ਕਾਰਨ ਹੋਈ ਹਿੰਸਾ ਕਾਰਨ ਲੋਕਤੰਤਰ ਖਤਰੇ ਵਿੱਚ ਹੈ। ਬਾਈਡਨ ਨੇ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੇ ਪਤੀ ਤੇ ਹੋਏ ਹਮਲੇ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਟਰੰਪ ਵੱਲੋਂ ਲਾਏ ਗਏ ਚੋਣਾਂ 'ਚ ਧੋਖਾਧੜੀ ਦੇ ਝੂਠੇ ਦੋਸ਼ਾਂ ਦੇ ਕਾਰਨ ਪਿਛਲੇ 2 ਸਾਲਾਂ ਵਿੱਚ ਰਾਜਨੀਤਿਕ ਹਿੰਸਾ ਅਤੇ ਵੋਟਰਾਂ ਨੂੰ ਡਰਾਉਣ ਧਮਕਾਉਣ ਦੇ ਮਾਮਲੇ ਖਤਰਨਾਕ ਤੌਰ ਤੇ ਵਧੇ ਨੇ। ਬਾਈਡਨ ਨੇ ਕਿਹਾ ਕਿ ਅਮਰੀਕਾ ਵਿੱਚ ਗਵਰਨਰ, ਕਾਂਗਰਸ, ਅਟਾਰਨੀ ਜਨਰਲ ਅਤੇ ਵਿਦੇਸ਼ ਮੰਤਰਾਲੇ ਤੋਂ ਲੈ ਕੇ ਹਰ ਪੱਧਰ ਤੇ ਅਜਿਹੇ ਉਮੀਦਵਾਰ ਖੜੇ ਹੋ ਰਹੇ ਨੇ ਜੋ ਚੋਣ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਨਗੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇੱਕ ਰੋਸ ਮਾਰਚ ਦੌਰਾਨ ਵੀਰਵਾਰ ਨੂੰ ਪੰਜਾਬ ਸੂਬੇ ਵਿੱਚ ਉਹਨਾਂ ਤੇ ਕੰਟੇਨਰ ਟਰੱਕ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਦੀ ਲੱਤ ਵਿੱਚ ਗੋਲੀ ਲੱਗੀ, ਪਰ ਉਹ ਖਤਰੇ ਤੋਂ ਬਾਹਰ ਨੇ। ਖਾਨ ਦੀ ਪਾਰਟੀ ਨੇ ਦਾਅਵਾ ਕੀਤਾ ਕਿ ਇਹ ਕਤਲ ਦੀ ਕੋਸ਼ਿਸ਼ ਸੀ। ਉਸੇ ਸਮੇਂ ਪੁਲਿਸ ਦੁਆਰਾ ਫੜੇ ਗਏ ਸ਼ੱਕੀ ਨੇ ਕਿਹਾ ਕਿ ਉਹ ਖਾਨ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਉਹ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ। ਡੌਨ ਅਖਬਾਰ ਨੇ ਇੱਕ ਵੀਡੀਓ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਸ਼ੱਕੀ ਨੇ ਕਿਹਾ, ਉਹ ਖਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਅਤੇ ਮੈਂ ਇਹ ਨਹੀਂ ਸਹਿ ਸਕਦਾ, ਇਸ ਲਈ ਮੈਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। PTI ਨੇਤਾ ਇਮਰਾਨ ਇਸਮਾਇਲ ਨੇ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਤੇ ਹਮਲਾ ਹੋਇਆ ਤਾਂ ਉਹ ਖਾਨ ਦੇ ਨਾਲ ਖੜੇ ਸਨ। ਉਹਨਾਂ ਨੇ ਦਾਅਵਾ ਕੀਤਾ, ਇਹ ਸਿੱਧਾ ਹਮਲਾ ਸੀ, ਗੋਲੀ ਜਾਨ ਲੈਣ ਲਈ ਮਾਰੀ ਗਈ ਸੀ, ਡਰਾਉਣ ਲਈ ਨਹੀਂ। Geo TV ਦੇ ਅਨੁਸਾਰ ਹਮਲਾਵਰ ਦੀ ਪਛਾਣ ਨਾਵੇਦ ਵਜੋਂ ਹੋਈ ਹੈ। ਚੈਨਲ ਨੇ ਦੱਸਿਆ ਕਿ ਹਮਲਾਵਰ, ਜਿਸ ਦੀ ਉਮਰ 20 ਸਾਲ ਦੇ ਕਰੀਬ ਸੀ, ਸਲਵਾਰ ਕਮੀਜ਼ ਪਹਿਨ ਕੇ ਖਾਨ ਦੀ ਗੱਡੀ ਦੇ ਨਾਲ ਚੱਲ ਰਿਹਾ ਸੀ ਅਤੇ ਉਸਨੇ ਖੱਬੇ ਪਾਸੇ ਤੋਂ ਗੋਲੀ ਚਲਾ ਦਿੱਤੀ। ਇਹ ਘਟਨਾ ਪੰਜਾਬ ਦੇ ਵਜ਼ੀਰਾਬਾਦ ਕਸਬੇ ਦੇ ਅੱਲਾਹੂ ਚੌਕ ਨੇੜੇ ਵਾਪਰੀ, ਜਦੋਂ ਖਾਨ ਜਲਦੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਹੇ ਸਨ। ਖਾਨ ਦੀ ਪਾਰਟੀ ਦੇ ਸੀਨੀਅਰ ਨੇਤਾ ਅਸਦ ਉਮਰ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਉਮਰ ਨੇ ਕਿਹਾ, ਖਾਨ ਦੀ ਹਾਲਤ ਨਾਜ਼ੁਕ ਨਹੀਂ ਹੈ, ਪਰ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਖਾਨ ਦੇ ਵਿਰੋਧੀ ਪਾਕਿਸਤਾਨ ਨੂੰ ਬਦਲਦਾ ਨਹੀਂ ਦੇਖ ਸਕਦੇ। ਉਹਨਾਂ ਨੇ ਹਮਲੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਸੈਨੇਟਰ ਫੈਜ਼ਲ ਜਾਵੇਦ, ਜਿਸ ਦੇ ਚਿਹਰੇ ਤੇ ਗੋਲੀ ਲੱਗੀ ਸੀ, ਉਸ ਨੇ ਕਿਹਾ ਕਿ ਹਮਲੇ ਦੌਰਾਨ ਪਾਰਟੀ ਦੇ ਇੱਕ ਵਰਕਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਕ੍ਰਿਕਟ ਦੀ ਦੁਨੀਆ ਤੋਂ ਰਾਜਨੀਤੀ ਵਿੱਚ ਆਏ ਖਾਨ 70 ਸਾਲ ਦੀ ਉਮਰ ਤੇ ਹੋਏ ਹਮਲੇ ਦੀ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ। ਚਸ਼ਮਦੀਦਾ ਮੁਤਾਬਿਕ ਇੱਕ ਬੰਦੂਕਧਾਰੀ ਨੇ ਖਾਨ ਦੀ ਗੱਡੀ ਤੇ ਗੋਲੀਬਾਰੀ ਕੀਤੀ। ਉਹਨਾਂ ਦੱਸਿਆ ਕਿ ਮੌਕੇ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਉਸ ਨੂੰ ਕਿਸੇ ਅਣਪਛਾਤੀ ਥਾਂ ਤੇ ਲੈ ਗਈ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਹੋਏ ਹਮਲੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਮਰਾਨ ਖਾਨ ਦੇ ਮਾਰਚ ਦੌਰਾਨ ਗੋਲੀ ਲੱਗੀ ਸੀ, ਜਿਸ 'ਚ ਇਮਰਾਨ ਖਾਨ ਜ਼ਖਮੀ ਹੋ ਗਏ। ਉਦੋਂ ਤੋਂ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਸਾਰੇ ਨੇਤਾ ਅਤੇ ਵਰਕਰ ਸਰਕਾਰ ਦੇ ਖਿਲਾਫ ਜ਼ਬਰਦਸਤ ਹਮਲਾਵਰ ਬਣ ਗਏ ਨੇ। ਇਸ ਪੂਰੀ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਹਾਲਾਤ ਵਿਗੜਨ ਦਾ ਖਦਸ਼ਾ ਹੈ, ਇੱਥੋਂ ਤੱਕ ਕਿ ਪਾਕਿਸਤਾਨ ਵਿੱਚ ਗ੍ਰਹਿ ਯੁੱਧ ਛਿੜਨ ਦੀ ਪੂਰੀ ਸੰਭਾਵਨਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ
ਪਾਕਿਸਤਾਨ ਵਿੱਚ ਅੱਗੇ ਕੀ ਹੋਣ ਵਾਲਾ ਹੈ। ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਇਸ ਸਥਿਤੀ ਨੂੰ ਕਿਵੇਂ ਕਾਬੂ ਕਰ ਸਕੇਗੀ ਅਤੇ ਇਸ ਲਈ ਕੀ ਕਦਮ ਚੁੱਕੇ ਜਾ ਰਹੇ ਨੇ। ਇਮਰਾਨ ਖਾਨ ਦੀ ਅਗਵਾਈ ਹੇਠ ਉਹਨਾਂ ਦੀ ਪਾਰਟੀ ਨੇ 28 ਅਕਤੂਬਰ ਤੋਂ ਸ਼ਹਿਬਾਜ਼ ਸ਼ਰੀਫ ਸਰਕਾਰ ਖਿਲਾਫ ਹਕੀਕੀ ਆਜ਼ਾਦੀ ਮਾਰਚ ਸ਼ੁਰੂ ਕੀਤਾ ਸੀ। ਇਸ ਮਾਰਚ ਦਾ ਮਕਸਦ ਸਰਕਾਰ ਦਾ ਤਖਤਾ ਪਲਟਣਾ ਹੈ ਅਤੇ ਪਾਕਿਸਤਾਨ ਵਿੱਚ ਆਮ ਚੋਣਾਂ ਕਰਵਾਉਣਾ ਸੀ। ਮਾਰਚ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਅਤੇ ਖੂਫੀਆ ਏਜੰਸੀਆਂ ਵੀ ਇਸ ਤੇ ਨਜ਼ਰ ਰੱਖ ਰਹੀਆਂ ਸਨ। ਕੁੱਲ ਮਿਲਾ ਕੇ ਇਮਰਾਨ ਖਾਨ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਇਮਰਾਨ ਖਾਨ ਆਪਣੇ ਸੈਂਕੜੇ ਸਮਰਥਕਾਂ ਦੇ ਨਾਲ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਗੁਜਰਾਵਾਲਾ ਵਿੱਚ ਸਰਕਾਰ ਵਿਰੋਧੀ ਮਾਰਚ ਕੱਢ ਰਹੇ ਨੇ। ਇਮਰਾਨ ਖਾਨ ਖੁੱਲੀ ਕਾਰ ਵਿੱਚ ਮਾਰਚ ਕਰ ਰਹੇ ਸਨ। ਇਸ ਦੌਰਾਨ ਅਚਾਨਕ ਗੋਲੀਆਂ ਚੱਲਣ ਲੱਗ ਪਈਆਂ। ਬੰਦੂਕ ਇਮਰਾਨ ਖਾਨ ਵੱਲ ਇਸ਼ਾਰਾ ਕਰਦੀ ਹੈ, ਜਿਸ ਵਿੱਚ ਇਮਰਾਨ ਖਾਨ ਦੀ ਲੱਤ ਵਿੱਚ ਵੀ ਕਈ ਗੋਲੀਆਂ ਲੱਗੀਆਂ ਨੇ। ਇਸ ਦੇ ਨਾਲ ਹੀ ਇਮਰਾਨ ਦੇ ਨੇੜੇ ਉਹਨਾਂ ਦੀ ਪਾਰਟੀ ਦੇ ਕੁਝ ਨੇਤਾ ਵੀ ਜ਼ਖਮੀ ਹੋ ਗਏ ਨੇ। ਇਸ ਤੋਂ ਬਾਅਦ ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ। ਇਸ ਵੀਡੀਓ ਵਿੱਚ ਹਮਲਾਵਰ ਇਮਰਾਨ ਖਾਨ ਦੇ ਕਤਲ ਦੀ ਗੱਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਮਰਾਨ ਦੇਸ਼ ਨੂੰ ਗੁੰਮਰਾਹ ਕਰ ਰਿਹਾ ਹੈ, ਇਸੇ ਲਈ ਉਹ ਉਸ ਨੂੰ ਮਾਰਨਾ ਚਾਹੁੰਦਾ ਸੀ। ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਗਿਆ ਕਿ ਇੱਕ ਵਿਸ਼ੇਸ਼ ਜਾਂਚ ਦਲ SIT ਵੱਲੋਂ ਦਾਇਰ ਇੱਕ ਰਿਪੋਰਟ ਦੀ ਪੜਚੋਲ ਤੋਂ ਪਤਾ ਲੱਗਦਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਦਿਖਾਵਟੀ ਜਾਂਚ ਕੀਤੀ ਗਈ ਹੈ। ਪਟੀਸ਼ਨਕਰਤਾ S ਗੁਰਲਾਲ ਸਿੰਘ ਕਾਲੋਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ HS ਫੁਲਕਾ ਨੇ 29 ਨਵੰਬਰ 2019 ਨੂੰ ਦਾਇਰ SIT ਰਿਪੋਰਟ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜਿਸ ਨਾਲ ਸੁਣਵਾਈ ਕੀਤੀ ਗਈ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਪੂਰੀ ਵਿਵਸਥਾ ਅਸਫਲ ਹੋ ਰਹੀ ਹੈ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਫੁਲਕਾ ਨੇ ਕਿਹਾ ਕਿ ਮਾਮਲਿਆਂ ਦੀ ਪੜਚੋਲ ਕਰਨ ਤੋਂ ਪਤਾ ਲੱਗਦਾ ਹੈ ਕਿ ਇੱਕ FIR ਵਿੱਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ਨੂੰ ਜੋੜ ਕੇ 56 ਲੋਕਾਂ ਦੇ ਕਤਲ ਦੇ ਸੰਬੰਧ ਵਿੱਚ ਚਲਾਨ ਭੇਜਿਆ। ਉਹਨਾਂ ਕਿਹਾ ਕਿ ਹੇਠਲੀ ਅਦਾਲਤ ਨੇ ਹਾਲਾਂਕਿ ਸਿਰਫ 5 ਲੋਕਾਂ ਦੇ ਕਤਲ ਦੇ ਦੋਸ਼ ਤੈਅ ਕੀਤੇ ਅਤੇ ਬਾਕੀ ਦੇ ਸੰਬੰਧ ਵਿੱਚ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ। ਫੁਲਕਾ ਨੇ ਰਿਪੋਰਟ ਦਾ ਅੰਸ਼ ਪੜ੍ਹਦੇ ਹੋਏ ਕਿਹਾ ਕਿ ਇਹ ਪਤਾ ਨਹੀਂ ਹੈ ਕਿ 56 ਕਤਲਾਂ ਦੀ ਜਗ੍ਹਾ ਸਿਰਫ 5 ਕਤਲਾਂ ਲਈ ਦੋਸ਼ ਕਿਉਂ ਤੈਅ ਕੀਤੇ ਗਏ ਨੇ ਅਤੇ ਹੇਠਲੀ ਅਦਾਲਤ ਨੇ ਅਪਰਾਧ ਦੀ ਹਰੇਕ ਘਟਨਾ ਦੇ ਮੁਕੱਦਮੇ ਨੂੰ ਵੱਖ ਕਰਨ ਦਾ ਆਦੇਸ਼ ਕਿਉਂ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਿਪੋਰਟ ਦੇਖੇਗੀ ਅਤੇ ਮਾਮਲੇ ਵਿੱਚ ਅਗਲੀ ਸੁਣਵਾਈ ਲਈ ਤਾਰੀਖ 2 ਹਫ਼ਤੇ ਬਾਅਦ ਹੀ ਦਿੱਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਲੋਂ ਦੀ ਪਟੀਸ਼ਨ ਤੇ ਅਦਾਲਤ ਨੇ ਪਹਿਲਾਂ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਸੀ। ਕਾਲੋਂ ਨੇ ਦੰਗਿਆਂ ਵਿੱਚ ਨਾਮਜ਼ਦ 62 ਪੁਲਿਸ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ 1984 ਦੇ ਦੰਗਿਆਂ ਦੇ ਮਾਮਲਿਆਂ ਵਿੱਚ ਅੱਗੇ ਹੀ ਜਾਂਚ ਦੀ ਨਿਗਰਾਨੀ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ SN ਢੀਂਗਰਾ ਦੀ ਪ੍ਰਧਾਨਗੀ ਵਿੱਚ SIT ਦਾ ਗਠਨ ਕੀਤਾ ਸੀ, ਜਿਸ ਵਿੱਚ ਕਲੋਜ਼ਰ ਰਿਪੋਰਟ ਪਹਿਲੇ ਦਾਇਰ ਕੀਤੀ ਗਈ ਸੀ। SIT ਵਿੱਚ ਇਸ ਦੇ ਮੈਂਬਰ ਸੇਵਾ ਮੁਕਤ IPS ਅਧਿਕਾਰੀ ਰਾਜਦੀਪ ਸਿੰਘ ਅਤੇ IPS ਅਧਿਕਾਰੀ ਅਭਿਸ਼ੇਕ ਦੁਲਾਰ ਵੀ ਹਨ। ਹਾਲਾਂਕਿ ਮੌਜੂਦਾ ਸਮੇਂ ਇਸ ਵਿੱਚ ਸਿਰਫ 2 ਮੈਂਬਰ ਹਨ ਕਿਉਂਕਿ ਸਿੰਘ ਨੇ ਵਿਅਕਤੀਗਤ ਆਧਾਰ ਤੇ ਟੀਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਸੁਰੱਖਿਆ ਕਰਮਚਾਰੀਆਂ ਵੱਲੋਂ 31 ਅਕਤੂਬਰ 1984 ਦੀ ਸਵੇਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਵੱਡੇ ਪੈਮਾਨੇ ਤੇ ਦੰਗੇ ਭੜਕ ਗਏ ਸਨ। ਇਨ੍ਹਾਂ ਦੰਗਿਆਂ ਦੌਰਾਨ ਇਕੱਲੀ ਦਿੱਲੀ ਵਿੱਚ 2733 ਲੋਕਾਂ ਦੀ ਜਾਨ ਗਈ ਸੀ। ਬੀਬੀ ਜਗੀਰ ਕੌਰ ਨਾਲ ਵਿਵਾਦ ਵਿਚਾਲੇ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ SGPC ਪ੍ਰਧਾਨ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਦਿੱਤੀ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਆਪਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਉਮੀਦਵਾਰ ਹੋਣਗੇ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਬਲਜੀਤ ਸਿੰਘ ਵੈਦ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਚਲਾਇਆ ਗਿਆ। ਸੁਪਰਡੈਂਟ ਬਲਜੀਤ ਸਿੰਘ ਵੈਦ ਨੇ ਖੁਦ ਯੋਗੇਸ਼ ਜੈਨ, ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਅਤੇ ਨਿਰਮਲ ਸਿੰਘ ਦੀਆਂ ਟੀਮਾਂ ਸਮੇਤ ਚੈਕਿੰਗ ਕੀਤੀ ਅਤੇ ਉਹਨਾਂ ਨੂੰ 7 ਮੋਬਾਈਲਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚੋਂ ਕੁਝ ਮੋਬਾਈਲ ਵਿੱਚ ਏਅਰਟੈਲ ਅਤੇ VI ਕੰਪਨੀ ਦੇ SIM ਕਾਰਡ ਸਨ ਅਤੇ ਮੋਬਾਈਲ ਫੋਨ ਸਮੈਸੰਗ ਕੀਪੈਡ, ਓਪੋ ਟੱਚ ਸਕਰੀਨ, ਰੀਅਲਮੀ ਟੱਚ ਸਕਰੀਨ ਹਨ। ਇਸ ਮਾਮਲੇ ਵਿੱਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਤੇ 6 ਹਵਾਲਾਤੀਆਂ ਅਤੇ 1 ਕੈਦੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ASI ਬਲਬੀਰ ਸਿੰਘ ਅਤੇ ਜੰਗ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ ਕਿ ਬੈਰਕ ਨੰਬਰ 3 ਦੀ ਤਲਾਸ਼ੀ ਦੌਰਾਨ ਹਵਾਲਾਤੀ ਜਗਦੀਪ ਸਿੰਘ ਤੋਂ ਇੱਕ ਸੈਮਸੰਗ ਕੀਪੈਡ,
ਸੁਦਾਗਰ ਸਿੰਘ ਕੋਲੋਂ ਰੀਅਲਮੀ ਟੱਚ ਸਕਰੀਨ ਬਰਾਮਦ ਕੀਤੇ ਗਏ ਨੇ। ਇਸ ਤੋਂ ਇਲਾਵਾ ਬੈਰਕ ਨੰਬਰ 4 ਦੀ ਤਲਾਸ਼ੀ ਲੈਣ ਤੇ ਕੈਦੀ ਸੁਮੀਤ ਕੁਮਾਰ ਕੋਲੋਂ ਸੈਮਸੰਗ ਕੀਪੈਡ, ਹਵਾਲਾਤੀ ਰਮਨਦੀਪ ਸਿੰਘ ਕੋਲੋਂ ਇੱਕ ਟੱਚ ਸਕਰੀਨ ਮੋਬਾਈਲ, ਮਨਜੀਤ ਸਿੰਘ ਕੋਲੋਂ ਸੈਮਸੰਗ ਕੀਪੈਡ ਅਤੇ ਬਲਾਕ ਨੰਬਰ 1 ਦੀ ਤਲਾਸ਼ੀ ਲੈਣ ਤੇ ਜਸਵਿੰਦਰ ਸਿੰਘ ਕੋਲੋਂ ਇੱਕ ਮੋਬਾਈਲ ਫੋਨ ਸੈਮਸੰਗ ਕੀਪੈਡ ਬਰਾਮਦ ਹੋਇਆ। ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੋਬਾਈਲ ਜੇਲ੍ਹ ਵਿੱਚ ਕਿਵੇਂ ਪਹੁੰਚੇ ਅਤੇ ਸਿਮ ਕਿਸ ਵਿਅਕਤੀ ਦੇ ਨਾਂ ਤੇ ਰਜਿਸਟਰ ਨੇ। ਫਿਰੋਜ਼ਪੁਰ ਸਰਕਲ ਦੇ DIG ਜਤਿੰਦਰ ਸਿੰਘ ਮੋੜ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਪੂਰੀ ਸਖਤੀ ਹੈ ਅਤੇ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜਿਨ੍ਹਾਂ ਕੋਲ ਮੋਬਾਈਲ ਬਰਾਮਦ ਹੋਏ ਨੇ ਉਹਨਾਂ ਦੀ ਖਾਸ ਨਿਗਰਾਨੀ ਕੀਤੀ ਜਾਂਦੀ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਤੱਤ ਦੇ ਨਾਪਾਕ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਹਿਮਾਚਲ ਦੌਰੇ ਤੇ ਹਨ ਅਤੇ ਇਸ ਤੋਂ ਪਹਿਲਾਂ ਉਹ ਪੰਜਾਬ ਵਿੱਚ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾ ਸੁਆਮੀ ਡੇਰੇ ਤੇ ਪਹੁੰਚਣਗੇ। ਇਹ ਇੱਕ ਸਿਆਸੀ ਦੌਰਾ ਹੋ ਸਕਦਾ ਹੈ, ਪਰ ਉਹਨਾਂ ਦੇ ਬਿਆਸ ਪਹੁੰਚਣ ਤੋਂ ਪਹਿਲਾਂ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਡੇਰਾ ਮੁਖੀ ਨੂੰ ਵੀ ਉਹਨਾਂ ਨੂੰ ਨਾ ਮਿਲਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਹਿਮਾਚਲ ਪਹੁੰਚ ਰਹੇ ਨੇ। ਹਿਮਾਚਲ ਵਿੱਚ ਵੀ ਰਾਧਾ ਸੁਆਮੀ ਡੇਰਾ ਸਮਰਥਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦੇ ਮੱਦੇਨਜ਼ਰ ਉਹ ਡੇਰਾ ਬਿਆਸ ਪਹੁੰਚ ਰਹੇ ਨੇ ਅਤੇ ਡੇਰਾ ਮੁਖੀ ਨੂੰ ਵੀ ਮਿਲਣਗੇ, ਪਰ ਕਿਸਾਨਾਂ ਨੇ ਇਸ ਦਾ ਵਿਰੋਧ ਕਰਨ ਦਾ ਮਨ ਬਣਾ ਲਿਆ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਪੰਜਾਬ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣਗੇ। ਇਸ ਪ੍ਰਦਰਸ਼ਨ ਦੇ ਨਾਲ-ਨਾਲ ਕਿਸਾਨਾਂ ਨੇ ਪੰਜਾਬ ਦੇ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਹਨ। ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਖੀਮਪੁਰ ਖੀਰੀ ਵਿੱਚ ਗ੍ਰਹਿ ਮੰਤਰੀ ਦੇ ਪੁੱਤਰ ਨੂੰ ਬਚਾਉਣ ਲਈ ਉਪਰਾਲੇ ਕੀਤੇ ਨੇ। ਦਿੱਲੀ ਵਿੱਚ ਮਰਨ ਵਾਲੇ ਕਿਸਾਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ। ਜਦੋਂ ਵੀ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਲੁਧਿਆਣਾ ਵਿੱਚ 65 ਲੱਖ ਦੇ ਸੋਲਰ ਲਾਈਟ ਘਪਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ OSD ਕੈਪਟਨ ਸੰਦੀਪ ਸੰਧੂ ਨਾਮਜ਼ਦ ਨੇ। ਕੈਪਟਨ ਸੰਦੀਪ ਸੰਧੂ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ। ਹੁਣ ਕੈਪਟਨ ਸੰਦੀਪ ਸੰਧੂ ਇੱਕ ਨਵੇਂ ਮਾਮਲੇ ਵਿੱਚ ਘਿਰ ਸਕਦੇ ਨੇ। ਸਰਕਾਰੀ ਸਕੂਲਾਂ ਤੇ ਪਿੰਡ ਵਿੱਚ ਪਾਣੀ ਫਿਲਟਰ ਲਈ RO ਤੇ ਕਾਂਗਰਸ ਸਰਕਾਰ ਦੇ ਸਮੇਂ ਕਿੰਨੀਆਂ ਖੇਡ ਕਿੱਟਾਂ ਵੰਡੀਆਂ ਗਈਆਂ, ਇਹ ਮਾਮਲਾ ਵੀ ਖੁੱਲ੍ਹਣ ਦੀ ਤਿਆਰੀ ਵਿੱਚ ਹੈ। ਸੂਤਰਾਂ ਮੁਤਾਬਿਕ ਵਿਜੀਲੈਂਸ ਨੇ ਸੰਬੰਧਿਤ ਵਿਭਾਗ BDPO ਦਫ਼ਤਰ ਤੋਂ ਰਿਕਾਰਡ ਮੰਗਿਆ ਕਿ ਕੈਪਟਨ ਸੰਦੀਪ ਸੰਧੂ ਨੇ ਕਿੰਨੇ RO ਤੇ ਖੇਡ ਕਿੱਟਾਂ ਵੰਡੀਆਂ ਨੇ, ਉਸ ਦਾ ਬਿਊਰਾ ਦਿੱਤਾ ਜਾਵੇ। ਕੈਪਟਨ ਸੰਦੀਪ ਸੰਧੂ ਲਗਭਗ 1 ਮਹੀਨੇ ਤੋਂ ਫਰਾਰ ਚੱਲ ਰਹੇ ਨੇ। ਜੇਕਰ RO ਤੇ ਖੇਡ ਕਿੱਟਾਂ ਵਿੱਚ ਕੋਈ ਗੜਬੜ ਵਿਜੀਲੈਂਸ ਦੇ ਸਾਹਮਣੇ ਆਉਂਦੀ ਹੈ ਤਾਂ ਸੰਧੂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ। ਵਿਜੀਲੈਂਸ ਨੇ ਰਿਸ਼ਤੇਦਾਰਾਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਦੌਰਾਨ ਕਈ ਤਰ੍ਹਾਂ ਦੇ ਪਰਚੇ ਵਿਜੀਲੈਂਸ ਨੂੰ ਸੌਂਪੇ ਗਏ ਨੇ, ਜਿਸ ਕਾਰਨ ਕਈ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਵਿਜੀਲੈਂਸ ਕੈਪਟਨ ਸੰਦੀਪ ਸੰਧੂ ਦੀ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਦੌਰਾਨ ਸਤਵਿੰਦਰ ਸਿੰਘ ਕੰਗ BDPO ਸਿੱਧਵਾਂ ਬੇਟ ਬਲਾਕ, ਲਖਵਿੰਦਰ ਸਿੰਘ ਚੇਅਰਮੈਨ ਬਲਾਕ ਸਮਿਤੀ ਸਿੱਧਵਾਂ ਬੇਟ ਅਤੇ VDPO ਪਿੰਡ ਵਿਕਾਸ ਅਫਸਰ ਤੇਜਾ ਸਿੰਘ ਸਿੱਧਵਾਂ ਤੋਂ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਜਦੋਂ ਹਰਪ੍ਰੀਤ ਸਿੰਘ ਨੂੰ ਫੜ ਕੇ ਪੁੱਛਗਿੱਛ ਕੀਤੀ ਗਈ ਤਾਂ ਕੈਪਟਨ ਸੰਦੀਪ ਸੰਧੂ ਦਾ ਨਾਂ ਸਾਹਮਣੇ ਆਇਆ। ਸੰਧੂ ਤੇ ਚੈੱਕ ਪਾਸ ਕਰਨ ਲਈ ਦਬਾਅ ਪਾਉਣ ਅਤੇ ਪੈਸੇ ਲੈਣ ਦਾ ਦੋਸ਼ ਹੈ। ਇਸ ਲਈ ਹੁਣ ਕੈਪਟਨ ਸੰਧੂ ਨੇ OSD ਹੁੰਦਿਆਂ ਕਿੱਥੇ ਜਾਇਦਾਦ ਬਣਾਈ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਹੁੰਦਿਆਂ ਕਿੱਥੇ ਨਿਵੇਸ਼ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤਿਆਂ ਅਤੇ ਲੋਕਰਾਂ ਦੇ ਸਾਰੇ ਵੇਰਵੇ ਵੀ ਮੰਗੇ ਗਏ ਨੇ। ਸਾਧਵੀਆਂ ਦੇ ਜਿਣਸੀ ਸ਼ੋਸ਼ਣ ਅਤੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਦਾ ਹੁਕਮ ਸਾਹਮਣੇ ਆਇਆ। ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਦੇ ਹੁਕਮਾਂ ਵਿੱਚ ਪੈਰੋਲ ਲਈ 8 ਸ਼ਰਤਾਂ ਲਗਾਈਆਂ ਗਈਆਂ ਹਨ। ਹਾਲਾਂਕਿ ਰਾਮ ਰਹੀਮ ਦੇ ਆਨਲਾਈਨ ਸਤਸੰਗ ਤੇ ਪਾਬੰਦੀ ਦਾ ਕੋਈ ਜ਼ਿਕਰ ਨਹੀਂ ਹੈ। ਰਾਮ ਰਹੀਮ ਦੇ ਗੀਤ ਦੇ ਰਿਲੀਜ਼ ਹੋਣ ਤੇ ਪਾਬੰਦੀ ਬਾਰੇ ਕੁਝ ਨਹੀਂ ਕਿਹਾ ਗਿਆ। ਰਾਮ ਰਹੀਮ ਹਾਲ ਹੀ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਹੈ। ਡੇਰਾ ਮੁਖੀ ਇਸ ਵੇਲੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਹੈ, ਜਿੱਥੇ ਉਹ ਹਰ ਰੋਜ਼ ਆਨਲਾਈਨ ਸਤਸੰਗ ਰਾਹੀਂ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਆਦਿ ਕਈ ਰਾਜਾਂ ਵਿੱਚ ਸੰਗਤਾਂ ਨੂੰ ਪ੍ਰਵਚਨ ਦੇ ਰਿਹਾ ਹੈ। ਰਾਮ ਰਹੀਮ ਦੀ ਪੈਰੋਲ ਵਿੱਚ ਇਹ 8 ਸ਼ਰਤਾਂ ਰਾਮ ਰਹੀਮ ਪੈਰੋਲ ਦੌਰਾਨ ਬਾਗਪਤ ਆਸ਼ਰਮ ਨਹੀਂ ਛੱਡੇਗਾ।
ਜਾਣ ਲਈ DM ਦੀ ਇਜਾਜ਼ਤ ਜ਼ਰੂਰੀ ਹੋਵੇਗੀ। ਪੈਰੋਲ ਦੌਰਾਨ ਰਾਮ ਰਹੀਮ ਨੂੰ ਜਗ੍ਹਾ ਜਾਂ ਪ੍ਰੋਗਰਾਮ ਵਿੱਚ ਹਰ ਬਦਲਾਅ ਬਾਰੇ ਬਾਗਪਤ ਦੇ DM ਨੂੰ ਜਾਣਕਾਰੀ ਦੇਣੀ ਹੋਵੇਗੀ। ਡੇਰਾ ਮੁਖੀ ਨੂੰ ਜੇਲ੍ਹ ਦੇ ਬਾਹਰ ਪੂਰੀ ਤਰ੍ਹਾਂ ਸ਼ਾਂਤ ਰਹਿਣਾ ਪਵੇਗਾ। ਇਸ ਦੇ ਨਾਲ ਦੂਜੇ ਲੋਕਾਂ ਨਾਲ ਵੀ ਚੰਗਾ ਵਿਵਹਾਰ ਕਰਨਾ ਹੋਵੇਗਾ। ਪੈਰੋਲ ਦੀ ਮਿਆਦ ਖਤਮ ਹੋਣ ਤੇ ਰਾਮ ਰਹੀਮ ਖੁਦ ਰੋਹਤਕ ਦੀ ਸੁਨਾਰਿਆ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਦੇ ਸਾਹਮਣੇ ਆਤਮ ਸਮਰਪਣ ਕਰੇਗਾ। ਰਾਮ ਰਹੀਮ ਪੈਰੋਲ ਤੇ ਰਿਹਾਈ ਤੋਂ ਪਹਿਲਾਂ DM ਲਈ ਬੌਂਡ ਭਰੇਗਾ। ਨਾਲ ਹੀ ਸੁਰੱਖਿਆ ਲਈ 3 ਲੱਖ ਰੁਪਏ ਦੀਆਂ 2 ਜ਼ਮਾਨਤਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਜ਼ਮਾਨਤ ਦੇਣ ਵਾਲੇ ਦੇ ਦਿਵਾਲੀਏ ਹੋਣ ਜਾਂ ਮੌਤ ਹੋਣ ਦੀ ਸਥਿਤੀ ਵਿੱਚ ਹਰਿਆਣਾ ਸਰਕਾਰ ਕੈਦੀ ਨੂੰ ਤੁਰੰਤ ਨਵਾਂ ਬੌਂਡ ਜਮ੍ਹਾਂ ਕਰਨ ਦਾ ਹੁਕਮ ਦੇਵੇਗੀ। ਬੌਂਡ ਦੀ ਕਿਸੇ ਵੀ ਸ਼ਰਤ ਨੂੰ ਪੂਰਾ ਨਾ ਕਰਨ ਦੀ ਸੂਰਤ ਵਿੱਚ ਰਾਜ ਸਰਕਾਰ ਕੋਲ ਜਮ੍ਹਾਂ ਰਕਮ ਜ਼ਬਤ ਕਰਨ ਲਈ ਜਾਵੇਗੀ। ਰਾਮ ਰਹੀਮ ਨੂੰ DM ਬਾਗਪਤ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵਿੱਚ ਦਿੱਤੀਆਂ ਸ਼ਰਤਾਂ ਨੂੰ ਲੈ ਕੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੋਵੇਗਾ। ਪੈਰੋਲ ਦੀ ਅਰਜ਼ੀ ਤੇ ਰੋਹਤਕ ਜੇਲ੍ਹ ਦੇ ਨਾਲ ਬਾਗਪਤ UP ਦੇ DM ਅਤੇ SP ਦੀ ਰਿਪੋਰਟ ਨੂੰ ਵੀ ਆਧਾਰ ਬਣਾਇਆ ਗਿਆ ਸੀ। UP ਦੇ ਦੋਵਾਂ ਅਧਿਕਾਰੀਆਂ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਰਾਮ ਰਹੀਮ ਪੈਰੋਲ ਤੇ ਆਰਜ਼ੀ ਰਿਹਾਈ ਦੇ ਯੋਗ ਹੈ। ਰਿਪੋਰਟ ਦੇ ਆਧਾਰ ਤੇ ਰੋਹਤਕ ਪ੍ਰਸ਼ਾਸਨ ਨੂੰ ਕੈਦੀ ਨੂੰ 40 ਦਿਨਾਂ ਦੀ ਸ਼ਰਤੀਆ ਪੈਰੋਲ ਦਿੱਤੀ ਹੈ। ਦੱਸ ਦਈਏ ਕਿ ਰਾਮ ਰਹੀਮ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਨਲਾਈਨ ਸਤਸੰਗ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਨੇਤਾ ਵੀ ਇਸ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ। ਸਭ ਤੋਂ ਪਹਿਲਾਂ ਕਰਨਾਲ ਦੀ ਮੇਅਰ ਰੇਣੂ ਬਾਲਾ ਪਹੁੰਚੀ, ਫਿਰ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਅਤੇ ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ ਪਤਨੀ ਵੀ ਆਸ਼ੀਰਵਾਦ ਲੈਣ ਲਈ ਸ਼ਾਮਿਲ ਹੋਏ। ਇੰਨਾ ਹੀ ਨਹੀਂ, ਹਿਮਾਚਲ ਤੇ ਰਾਜਸਥਾਨ ਦੇ ਵੀ ਕਈ ਨੇਤਾ ਆਨਲਾਈਨ ਸਤਸੰਗ ਵਿੱਚ ਸ਼ਾਮਿਲ ਹੋ ਚੁੱਕੇ ਨੇ। ਭਾਰਤੀ ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਗੁਜਰਾਤ ਵਿੱਚ ਚੋਣਾਂ ਦੇ 2 ਗੇੜ ਹੋਣਗੇ, 1 ਦਸੰਬਰ ਅਤੇ 5 ਦਸੰਬਰ। ਨਤੀਜੇ 8 ਦਸੰਬਰ ਨੂੰ ਆਉਣਗੇ। ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ 182 ਸੀਟਾਂ ਲਈ ਇੱਕ ਦੂਜੇ ਸਾਹਮਣੇ ਹੋਣਗੀਆਂ। ਚੋਣ ਪ੍ਰਚਾਰ ਪੂਰੇ ਜ਼ੋਰਾਂ ਤੇ ਹੈ। ਭਾਜਪਾ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪ੍ਰਚਾਰ ਕਰ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਤੱਕ ਕਈ ਵਾਰ ਗੁਜਰਾਤ ਜਾਂ ਲੋਕਾਂ ਨੂੰ ਕੀਲਣ ਦੀ ਕੋਸ਼ਿਸ਼ ਕਰ ਰਹੇ ਨੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 100 ਦੇ ਅੰਕੜੇ ਤੱਕ ਨਹੀਂ ਪਹੁੰਚ ਸਕੀ। ਪਾਰਟੀ ਨੂੰ 99 ਸੀਟਾਂ ਮਿਲੀਆਂ ਸਨ। ਇਸ ਦੇ ਨਾਲ ਹੀ ਉਸ ਵੇਲੇ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ, ਪਰ ਸੱਤਾ ਤੱਕ ਨਹੀਂ ਪਹੁੰਚ ਸਕੀ ਸੀ। ਇਨ੍ਹਾਂ ਚੋਣਾਂ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਗਰਮੀ ਕਾਰਨ ਚੋਣ ਤਿਕੋਣੀ ਹੋ ਗਈ ਹੈ। ਇਸ ਵਾਰ ਚੋਣਾਂ ਵਿੱਚ ਮਹਿੰਗਾਈ, ਸਿੱਖਿਆ, ਬੇਰੁਜ਼ਗਾਰੀ ਅਤੇ ਵਿਕਾਸ ਦੇ ਮੁੱਦੇ ਚਰਚਾ ਵਿੱਚ ਨੇ। ਇੱਕ ਪਾਸੇ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ ਵਿਕਾਸ ਦੇ ਮੁੱਦੇ ਤੇ ਜਿੱਤ ਦਾ ਭਰੋਸਾ ਜਤਾ ਰਹੀ ਹੈ। ਕਾਂਗਰਸ ਅਤੇ ਆਪ ਮਹਿੰਗਾਈ, ਭ੍ਰਸ਼ਟਾਚਾਰ ਅਤੇ ਪ੍ਰਸ਼ਾਸਨ ਵਿੱਚ ਸਖਤੀ ਕਾਰਨ ਜਨਤਾ ਦੇ ਗੁੱਸੇ ਦੀ ਗੱਲ ਕਰ ਰਹੇ ਨੇ। ਹਾਲ ਹੀ ਵਿੱਚ ਚੋਣ ਕਮਿਸ਼ਨ ਨੇ ਗੁਜਰਾਤ ਵਿੱਚ ਵੋਟਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਹੈ। ਸੂਬੇ ਵਿੱਚ ਕੁੱਲ 4.90 ਕਰੋੜ ਵੋਟਰ ਨੇ। ਮਰਦ ਵੋਟਰਾਂ ਦੀ ਗਿਣਤੀ 2.53 ਕਰੋੜ ਹੈ, ਜਦਕਿ ਔਰਤ ਵੋਟਰਾਂ ਦੀ ਗਿਣਤੀ 2.37 ਕਰੋੜ ਹੈ। ਨਵੇਂ ਵੋਟਰਾਂ ਦੀ ਗਿਣਤੀ ਵਿੱਚ 11.62 ਲੱਖ ਦਾ ਵਾਧਾ ਹੋਇਆ ਹੈ। ਤੀਜੇ ਲਿੰਗ ਦੇ ਵੋਟਰਾਂ ਦੀ ਗਿਣਤੀ ਵਿੱਚ ਵੀ ਵੱਧ ਕੇ 1417 ਹੋ ਗਈ ਹੈ। 4 ਲੱਖ ਤੋਂ ਵੱਧ ਅਪਾਹਜ ਵੋਟਰ ਨੇ। ਸਭ ਤੋਂ ਵੱਧ 59.9 ਲੱਖ ਵੋਟਰ ਅਹਿਮਦਾਬਾਦ ਵਿੱਚ ਨੇ, ਜਦੋਂ ਕਿ ਸਭ ਤੋਂ ਘੱਟ 1.93 ਲੱਖ ਡਾਂਗ ਵਿੱਚ ਨੇ। ਦੁਪਹਿਰ ਦੇ ਕਰੀਬ 2 ਵਜੇ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕਿਸਾਨ ਸੁਰਿੰਦਰ ਸਿੰਘ ਮਾਚਸ ਦੀ ਮਦਦ ਨਾਲ ਆਪਣੇ ਖੇਤਾਂ ਵਿੱਚ ਪਈ ਪਰਾਲੀ ਨੂੰ ਅੱਗ ਲਗਾਉਂਦਾ ਹੈ। ਜਿਵੇਂ ਜਿਵੇਂ ਸੂਰਜ ਦੀ ਤਪਸ਼ ਵੱਧਦੀ ਜਾਂਦੀ ਹੈ ਤਾਂ ਅੱਗ ਪੂਰੇ ਖੇਤ ਵਿੱਚ ਫੈਲ ਜਾਂਦੀ ਹੈ। ਚਾਰੇ ਪਾਸੇ ਧੂਆਂ ਹੀ ਧੂਆਂ। ਕੁਝ ਸਮੇਂ ਲਈ ਤਾਂ ਦਿਖਾਈ ਦੇਣਾ ਵੀ ਬੰਦ ਹੋ ਜਾਂਦਾ ਹੈ। ਸਥਿਤੀ ਅਜਿਹੀ ਕਿ ਖੇਤ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਖੜਾ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਖੁਦ ਕਿਸਾਨ ਸੁਰਿੰਦਰ ਸਿੰਘ ਨੂੰ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉਸ ਵਿੱਚ ਉਸ ਨੂੰ ਦਿੱਕਤ ਹੁੰਦੀ ਹੈ। ਅੱਖਾਂ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਕਰੀਬ 2 ਘੰਟੇ ਬਾਅਦ ਪੂਰਾ ਖੇਤ ਕਾਲਾ ਨਜ਼ਰ ਆਉਂਦਾ ਹੈ। ਸੁਰਿੰਦਰ ਸਿੰਘ ਆਖਦੇ ਨੇ ਹੁਣ ਉਹ ਇਸ ਵਿੱਚ ਕਣਕ ਦੀ ਬਿਜਾਈ ਕਰਨਗੇ। ਇਹ ਪੁੱਛਣ ਉੱਪਰ ਕਿ ਪਰਾਲੀ ਨੂੰ ਅੱਗ ਕਿਉਂ ਲਗਾਈ ਤਾਂ ਜਵਾਬ ਮਿਲਿਆ, ਹੋਰ ਕੀ ਕਰੀਏ। ਸਰਕਾਰ ਤਾਂ ਆਖਦੀ ਹੈ ਕਿ ਇਸ ਨੂੰ ਖੇਤ ਵਿੱਚ ਹੀ ਟਰੈਕਟਰ ਦੀ ਮਦਦ ਨਾਲ ਵਾਹ ਦਿਓ, ਪਰ ਇਹ ਇੰਨਾ ਸੌਖਾ ਨਹੀਂ। ਇਸ ਉੱਤੇ ਪ੍ਰਤੀ ਏਕੜ ਖਰਚਾ ਆਉਂਦਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ 3 ਏਕੜ ਜ਼ਮੀਨ ਹੈ ਅਤੇ ਇਸ ਤੋਂ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ। ਲੰਮਾ ਸਾਹ ਲੈ ਕੇ ਸੁਰਿੰਦਰ ਸਿੰਘ ਆਖਦੇ ਨੇ ਕਿ ਉਸ ਨੂੰ ਵੀ ਪਤਾ ਹੈ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਹੁੰਦਾ ਹੈ ਅਤੇ ਇਸ ਦਾ ਸਭ ਤੋਂ ਪਹਿਲਾ ਸ਼ਿਕਾਰ ਉਹ ਖੁਦ ਹੋਇਆ, ਫਿਰ ਪਿੰਡ। ਇੰਨਾ ਕਹਿ ਕੇ ਉਹ ਪਰਾਲੀ ਦੀ ਰਾਖ ਵਿੱਚ ਡੰਡਾ ਫੇਰਨ ਲੱਗ ਜਾਂਦਾ ਹੈ। ਆਪਣਾ ਪੁਲਾੜ ਸਟੇਸ਼ਨ ਬਣਾ ਰਹੇ ਚੀਨ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਚੀਨੀ ਪੁਲਾੜ ਏਜੰਸੀ ਵੱਲੋਂ ਭੇਜਿਆ ਗਿਆ 23 ਟਨ ਦਾ ਰਾਕਟ ਲਾਂਚਿੰਗ ਤੋਂ ਬਾਅਦ ਫੇਲ ਹੋ ਗਿਆ ਅਤੇ ਧਰਤੀ ਵੱਲ ਵਾਪਸ ਡਿੱਗ ਰਿਹਾ ਹੈ। ਇਹ ਰਾਕਟ
ਮੈਗਟੀਅਨ ਮਾਡਿਊਲ ਨੂੰ ਲੈ ਕੇ ਸਪੇਸ ਸਟੇਸ਼ਨ ਵਿੱਚ ਉੱਡਿਆ। ਰਿਪੋਰਟ ਵਿੱਚ ਦੱਸਿਆ ਗਿਆ ਕਿ ਚੀਨੀ ਵਿਗਿਆਨੀ ਰਾਕੇਟ ਨੂੰ ਆਰਬਿਟ ਵਿੱਚ ਨਹੀਂ ਲਗਾ ਸਕੇ, ਜਿਸ ਤੋਂ ਬਾਅਦ ਇਹ ਭਾਰੀ ਰਾਕੇਟ ਧਰਤੀ ਵੱਲ ਡਿੱਗ ਰਿਹਾ ਹੈ। ਇਸ ਰਾਕੇਟ ਨੂੰ ਪਿਛਲੇ ਹਫ਼ਤੇ ਲਾਂਚ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਚਾਈਨਾ ਮੈਨਡ ਸਪੇਸ ਏਜੰਸੀ CSMA ਨੇ ਮੈਗਟੀਅਨ ਮਾਡਿਊਲ ਨਾਲ ਲੌਂਗ ਮਾਰਟ 5B ਰਾਕੇਟ ਨੂੰ ਤਿਆਨਗੋਂਗ ਸਪੇਸ ਸਟੇਸ਼ਨ ਲਈ ਲਾਂਚ ਕੀਤਾ। ਰਾਕੇਟ ਦੇ ਵਾਯੂਮੰਡਲ ਵਿੱਚ ਕ੍ਰੈਸ਼ ਅਤੇ ਸੜਨ ਦੀ ਉਮੀਦ ਹੈ, ਪਰ ਕੁਝ ਟੁਕੜੇ ਜ਼ਮੀਨ ਤੇ ਡਿੱਗ ਸਕਦੇ ਨੇ। Space.com ਨੇ ਏਰੋਸਪੇਸ ਕਾਰਪੋਰੇਸ਼ਨ ਦੇ ਕਾਰਪੋਰੇਟ ਚੀਫ ਇੰਜੀਨੀਅਰ ਦੇ ਦਫ਼ਤਰ ਦੇ ਸਲਾਹਕਾਰ ਟੇਡ ਮੋਇਲਹਾਫਟ ਦੇ ਹਵਾਲੇ ਨਾਲ ਕਿਹਾ ਕਿ ਚੀਨ ਦਾ ਪੁਲਾੜ ਮਲਬਾ ਪੂਰੀ ਦੁਨੀਆ ਲਈ ਖਤਰਾ ਹੈ। ਦੁਨੀਆ ਦੀ ਲਗਭਗ 88% ਆਬਾਦੀ ਖਤਰੇ ਵਿੱਚ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਇੱਕ ਚੀਨੀ ਰਾਕੇਟ ਬੇਕਾਬੂ ਹੋ ਕੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਗਿਆ ਸੀ। ਇਹ ਪੁਲਾੜ ਸਟੇਸ਼ਨ ਤੇ ਭੇਜਿਆ ਗਿਆ ਦੂਜਾ ਰਾਕੇਟ ਸੀ। ਲਾਂਚ ਦੇ 6 ਦਿਨਾਂ ਬਾਅਦ ਹੀ ਇਸ ਨੇ ਕੰਟਰੋਲ ਗਵਾ ਦਿੱਤਾ। ਰਾਕੇਟ ਦਾ ਕੰਟਰੋਲ ਗਵਾਉਣ ਤੋਂ ਬਾਅਦ ਚੀਨ ਨੇ ਇਸ ਬਾਰੇ ਕਿਸ ਨੂੰ ਜਾਣਕਾਰੀ ਨਹੀਂ ਦਿੱਤੀ। ਰਾਹਤ ਦੀ ਗੱਲ ਇਹ ਹੈ ਕਿ ਰਾਕੇਟ ਦਾ ਕੁਝ ਹਿੱਸਾ ਹਿੰਦ ਮਹਾਸਾਗਰ ਵਿੱਚ ਡਿੱਗ ਗਿਆ। ਜ਼ਿਆਦਾਤਰ ਰਾਕੇਟ ਸੜ ਗਿਆ ਸੀ। ਇਸ ਦੇ ਬੂਸਟਰ ਅਤੇ ਲਾਂਚਰ ਦੇ ਕੁਝ ਹਿੱਸੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਸਮੇਤ ਦੱਖਣ ਪੂਰਬੀ ਏਸ਼ੀਆ ਦੇ ਕੁਝ ਹਿੱਸਿਆਂ ਤੇ ਡਿੱਗੇ ਹੋਏ ਪਾਏ ਗਏ। ਹਾਲਾਂਕਿ ਇਸ ਰਾਕੇਟ ਕਾਰਨ ਧਰਤੀ ਤੇ ਕਿਸੇ ਵੀ ਜਾਨ ਮਾਲ ਨੂੰ ਕੋਈ ਖਤਰਾ ਨਹੀਂ ਸੀ। ਚੀਨ ਤੇ ਪਹਿਲਾਂ ਹੀ ਫੇਲ ਹੋਏ ਰਾਕੇਟ ਦੀ ਜਾਣਕਾਰੀ ਨਾ ਦੇਣ ਦੇ ਦੋਸ਼ ਲੱਗ ਚੁੱਕੇ ਨੇ। ਕਸ਼ਮੀਰ ਵਿੱਚ ਚਾਲੂ ਸੀਜ਼ਨ ਦੇ ਦੌਰਾਨ ਸੇਬ ਦਾ ਬੰਪਰ ਉਤਪਾਦਨ ਉਤਪਾਦਕਾਂ ਨੂੰ ਖੁਸ਼ ਕਰਨ ਵਿੱਚ ਅਸਫਲ ਰਿਹਾ ਅਤੇ ਉਹਨਾਂ ਦੀ ਉਪਜ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਲਗਭਗ 30% ਦੀ ਕਮੀ ਆਈ ਹੈ। ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਸੇਬ ਕਿਸਾਨਾਂ ਨੇ ਹੁਣ ਸਰਕਾਰਾਂ ਤੋਂ ਸਮਰਥਨ ਦੀ ਮੰਗ ਕੀਤੀ ਹੈ। ਕਸ਼ਮੀਰੀ ਸੇਬ ਸਤੰਬਰ ਦੇ ਮਹੀਨੇ ਵਿੱਚ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਏਸ਼ੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਆਜ਼ਾਦਪੁਰ ਮੰਡੀ ਸਮੇਤ ਘਾਟੀ ਦੇ ਬਗੀਚਿਆਂ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਦੇ ਬਾਜ਼ਾਰਾਂ ਤੱਕ ਇਸ ਦੀ ਆਵਾਜਾਈ ਵਿੱਚ ਵਾਰ-ਵਾਰ ਰੁਕਾਵਟਾਂ ਨੂੰ ਲੈ ਕੇ ਹੰਗਾਮਾ ਹੋਇਆ। ਕਸ਼ਮੀਰ ਦੇਸ਼ ਵਿੱਚ ਸੇਬ ਦੀ ਕੁੱਲ ਫਸਲ ਦਾ ਲਗਭਗ 75% ਉਤਪਾਦਨ ਕਰਦਾ ਹੈ ਅਤੇ ਇਸ ਨੂੰ ਆਪਣੀ ਅਰਥ ਵਿਵਸਥਾ ਦੀ ਰੀੜ੍ਹ ਮੰਨਦਾ ਹੈ। ਇਹ ਖੇਤਰ ਜੰਮੂ ਅਤੇ ਕਸ਼ਮੀਰ ਦੇ ਕੁੱਲ ਘਰੇਲੂ ਉਤਪਾਦ GDP ਵਿੱਚ ਲਗਭਗ 8.2% ਦਾ ਯੋਗਦਾਨ ਪਾਉਂਦਾ ਹੈ। ਚੈਂਬਰ ਆਫ ਆਜ਼ਾਦਪੁਰ ਫਲ ਅਤੇ ਸਬਜ਼ੀ ਵਪਾਰੀ ਪ੍ਰਧਾਨ ਮੇਥਾ ਰਾਮ ਕ੍ਰਿਪਲਾਨੀ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਕਸ਼ਮੀਰ ਤੋਂ ਆਉਣ ਵਾਲੇ ਸੇਬ ਦੇ ਰੇਟ ਸਾਲ 2021 ਦੇ ਮੁਕਾਬਲੇ ਲਗਭਗ 30% ਘੱਟ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਰਮਾਤਾਵਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਰਕਾਰੀ ਸਮਰਥਨ ਤੋਂ ਬਿਨਾਂ ਨੁਕਸਾਨ ਨੂੰ ਪੂਰਾ ਕਰਨਾ ਉਹਨਾਂ ਲਈ ਬਹੁਤ ਮੁਸ਼ਕਿਲ ਹੈ। ਕ੍ਰਿਪਲਾਨੀ ਦਿੱਲੀ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਮੈਂਬਰ ਅਤੇ ਕਸ਼ਮੀਰ ਐਪਲ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ। ਉਹਨਾਂ ਨੂੰ ਕੀਮਤਾਂ ਵਿੱਚ ਕਮੀ ਦੇ ਕਈ ਕਾਰਨ ਦੱਸੇ। ਉਹਨਾਂ ਨੇ ਕਿਹਾ ਕਿ ਚਾਲੂ ਸੈਸ਼ਨ ਵਿੱਚ ਚੰਗੀ ਗੁਣਵੱਤਾ ਵਾਲੀ ਬੰਪਰ ਫਸਲ ਹੋਈ ਸੀ, ਪਰ ਪਿਛਲੇ ਸਾਲ ਦੇ ਮੁਕਾਬਲੇ ਪੈਕੇਜਿੰਗ ਅਤੇ ਆਵਾਜਾਈ ਚਾਰਜ ਵਰਗੇ ਖਰਚ ਲਗਭਗ ਦੁੱਗਣੇ ਹੋ ਗਏ ਨੇ। ਦਰਾਂ ਸਿੱਧੇ ਸਪਲਾਈ ਅਤੇ ਮੰਗ ਨਾਲ ਜੁੜੀਆਂ ਹੋਈਆਂ ਨੇ ਅਤੇ ਸਪਲਾਈ ਜ਼ਿਆਦਾ ਹੈ, ਇਸ ਲਈ ਉਤਪਾਦ ਦੀ ਦਰ ਲਗਭਗ 30% ਤੱਕ ਘੱਟ ਹੋ ਗਈ ਹੈ। ਕਸ਼ਮੀਰ ਦੀ ਅੱਧੀ ਤੋਂ ਵੱਧ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਬਾਗਬਾਨੀ ਉਦਯੋਗ ਨਾਲ ਜੁੜੀ ਹੋਈ ਹੈ। ਇਸ ਦੀ ਖੇਤੀ 1.45 ਲੱਖ ਹੈਕਟੇਅਰ ਜ਼ਮੀਨ ਵਿੱਚ ਕੀਤੀ ਜਾਂਦੀ ਹੈ। ਕਸ਼ਮੀਰ ਘਾਟੀ ਫਲ ਉਤਪਾਦਕਾਂ ਅਤੇ ਡੀਲਰਜ਼ ਯੂਨੀਅਨ ਦੇ ਬੈਡਗਾਮ ਜ਼ਿਲ੍ਹੇ ਪ੍ਰਧਾਨ ਬਾਬਾ ਨੇ ਕਿਹਾ ਕਿ ਸਰਕਾਰ ਨੂੰ ਅੱਗੇ ਆਉਣਾ ਪਵੇਗਾ ਅਤੇ ਸਾਨੂੰ ਬਚਾਉਣਾ ਹੋਵੇਗਾ, ਨਹੀਂ ਤਾਂ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਭਾਰੀ ਨੁਕਸਾਨ ਤੋਂ ਉਭਰਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਬਸਕ੍ਰਾਈਬ ਕਰੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।